ਪ੍ਰਾਕਥਨ। ਇਸ ਸ਼ਬਦ ਵਿੱਚ ਤਰ੍ਹਾਂ ਤਰ੍ਹਾਂ ਦੇ ਸਾਧਨਾ ਵਾਲਿਆਂ ਦਾ ਜ਼ਿਕਰ ਹੈ ਤੇ ਪ੍ਰਸ਼ਨ ਹੈ ਕਿ ਕਿਹੜੀ ਗੱਲ ਰੱਬ ਜੀ ਨੂੰ ਭਾਉਂਦੀ ਹੈ। ਅੰਤ ਜਾ ਕੇ ਦੱਸਿਆ ਹੈ ਕਿ ਰੱਬ ਜੀ ਦੀ ਸ਼ਰਨ ਲੈਣੀ ਤੇ ਗੁਰੂ ਦੇ ਆਸ਼ਰਿਤ ਹੋ ਕੇ ਤੁਰਨਾ ਇਹ ਠੀਕ ਮਾਰਗ ਹੈ ਤੇ ਪ੍ਰਾਪਤੀ ਸਾਈਂ ਨੂੰ ਭਾ ਜਾਣੇ ਤੇ ਹੁੰਦੀ ਹੈ। ਸ੍ਰੀ ਰਾਗ ਮਹੱਲਾ ਪੰਜਵਾ। ਘਰ ਪੰਜਵਾ। ਜਾਨੋ ਨਹੀਂ ਭਾਵੈ ਕਵਣ ਬਾਤਾ, ਮਨ ਖੋਜ ਮਾਰਗ ਰਹਾਉ। ਮੈਂ ਨਹੀਂ ਜਾਣਦਾ ਕਿ ਪ੍ਰਭੂ ਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ। ਮਨਾ ਕੋਈ ਰਾਹ ਖੋਜ। ਰਹਾਉ ਪ੍ਰਵਿਰਤ ਮਾਰਗੇ ਦਿਸਦੇ ਹਨ ਤੇ ਇਉਂ ਚੱਲ ਰਹੇ ਹਨ। ਧਿਆਨੀ ਧਿਆਨ ਲਾਵਹਿ, ਗਿਆਨੀ ਗਿਆਨ ਕਮਾਵਹਿ। ਪ੍ਰਭ ਕਿਨ ਹੀ ਜਾਤਾ। ਇੱਕ ਧਿਆਨੀ ਹਨ, ਉਹ ਧਿਆਨ ਲਾਉਂਦੇ ਹਨ। ਇੱਕ ਗਿਆਨੀ ਹਨ, ਉਹ ਗਿਆਨ ਕਮਾਉਂਦੇ ਹਨ। ਪਰ ਪ੍ਰਭੂ ਨੂੰ ਸੱਚਮੁੱਚ ਕਿਸੇ ਨੇ ਹੀ ਜਾਤਾ ਹੈ। ਭਗਉਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ। ਤਪਸੀ ਤਪ ਹੈ ਰਾਤਾ। ਇੱਕ ਭਗਉਤੀ ਹੁੰਦੇ ਹਨ, ਉਹ ਆਪਣੇ ਮਤ ਦੀਆਂ ਜੁਗਤੀਆਂ ਵਿੱਚ ਰਹਿੰਦੇ ਹਨ। ਜੋਗੀ ਕਹਿੰਦੇ ਹਨ ਕਿ ਅਸੀਂ ਜੋਗ ਕਿਰਿਆ ਦੁਆਰਾ ਮੁਕਤ ਹੋਏ ਹਾਂ। ਇੱਕ ਤਪਸਵੀ ਹੈ ਜੋ ਤਪ ਵਿੱਚ ਰੁੱਝਾ ਰਹਿੰਦਾ ਹੈ। ਮੋਨੀ ਮੋਨ ਧਾਰੀ, ਸੰਨਿਆਸੀ ਬ੍ਰਹਮਚਾਰੀ। ਉਦਾਸੀ ਉਦਾਸ ਰਾਤਾ। ਇੱਕ ਮੋਨੀ ਹੈ ਜੋ ਚੁੱਪ ਧਾਰੀ ਬੈਠਾ ਹੈ। ਸੰਨਿਆਸੀ ਨਿਰੇ ਸੰਨਿਆਸ ਵਿੱਚ ਹੈ ਤੇ ਬ੍ਰਹਮਚਾਰੀ ਨਿਰੇ ਬ੍ਰਹਮਚਰਜ ਵਿੱਚ ਰੁੱਝਾ ਹੋਇਆ ਹੈ। ਉਦਾਸੀ ਨਿਰੇ ਉਦਾਸ ਰਹਿਣ ਵਿੱਚ ਲੱਗਾ ਹੋਇਆ ਹੈ। ਭਗਤ ਨਵੈ ਪ੍ਰਕਾਰਾ, ਪੰਡਿਤ ਵੇਦ ਪੁਕਾਰਾ। ਗਿਰਾਸਤੀ ਗਿਰਸਤ ਧਰਮਾਤਾ। ਵੈਸ਼ਨਵ ਭਗਤ 9 ਪ੍ਰਕਾਰ ਦੀ ਭਗਤੀ ਦੇ ਅੰਗ ਪ੍ਰਤੀ ਅੰਗ ਪੂਰੇ ਕਰਨ ਵਿੱਚ ਰੁੱਝਾ ਹੈ। ਪੰਡਤ ਵੇਦ ਪਾਠ ਨੂੰ ਕੂਕ ਰਿਹਾ ਹੈ। ਗ੍ਰਸਤੀ ਗ੍ਰਸਤ ਧਰਮ ਵਿੱਚ ਮਸਤ ਹੈ। ਇੱਕ ਸਬਦੀ ਬਹੁ ਰੂਪ ਅਵਧੂਤਾ, ਕਾਪੜੀ ਕਉਤੇ ਜਾਗੂਤਾ। ਇੱਕ ਤੀਰਥ ਨਾਤਾ। ਇੱਕ ਇੱਕ ਸ਼ਬਦੀਏ ਹਨ, ਇੱਕ ਬਹੁਰੂਪੀਏ ਹਨ, ਇੱਕ ਅਵਧੂਤ ਹਨ, ਇੱਕ ਕਾਪੜੀਏ ਹਨ, ਇੱਕ ਕਉਤੇ ਹਨ। ਇੱਕ ਖਾਸ ਖਾਸ ਰਾਤਾਂ ਨੂੰ ਜਗਰਾਤੇ ਕਰਨ ਵਾਲੇ, ਇੱਕ ਤੀਰਥ ਤੇ ਇਸ਼ਨਾਨ ਕਰਨ ਵਾਲੇ ਹਨ। ਨਿਰਹਾਰ ਵਰਤੀ ਆਪਰਸਾ, ਇੱਕ ਲੂਕ ਨਾ ਦੇਵਹਿ ਦਰਸਾ। ਇੱਕ ਮਨ ਹੀ ਗਿਆਤਾ। ਇੱਕ ਫਲੋਹਾਰ ਖਾਣ ਤੋਂ ਬਿਨਾਂ ਨਿਰਆਹਾਰੀ ਰਹਿ ਕੇ ਵਰਤ ਰੱਖਣ ਵਾਲੇ ਹਨ। ਇੱਕ ਕਿਸੇ ਨਾਲ ਛੂੰਹਦੇ ਹੀ ਨਹੀਂ। ਇੱਕ ਲੁਕ ਲੁਕ ਬੈਠਦੇ ਹਨ, ਦਰਸ਼ਨ ਵੀ ਨਹੀਂ ਦਿੰਦੇ, ਭਾਵ ਕਿਸੇ ਦੇ ਮੱਥੇ ਨਹੀਂ ਲੱਗਦੇ। ਇੱਕ ਆਪਣੇ ਮਨ ਵਿੱਚ ਆਪੇ ਗਿਆਨੀ ਬਣੇ ਬੈਠੇ ਹਨ। ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਜਿਸ ਮੇਲੇ ਸੋ ਭਗਤਾ। ਕਿਸੇ ਨੇ ਵੀ ਆਪ ਨੂੰ ਘੱਟ ਨਹੀਂ ਕਹਾਇਆ। ਸਾਰੇ ਆਖਦੇ ਹਨ ਕਿ ਅਸਾਂ ਨੇ ਉੱਚ ਪਦ ਪਾ ਲਿਆ ਹੈ। ਪਰੰਤੂ ਸੱਚ ਇਹ ਹੈ ਕਿ ਜਿਸ ਨੂੰ ਪ੍ਰਭੂ ਆਪਣੇ ਨਾਲ ਮੇਲ ਲਵੇ ਉਹੀ ਭਗਤ ਹੈ, ਅਰਥਾਤ ਉਸਨੇ ਪ੍ਰਭੂ ਨੂੰ ਪਾਇਆ ਹੈ। ਸਗਲ ਉਕਤ ਉਪਾਵਾ, ਤਿਆਗੀ ਸਰਨ ਪਾਵਾ। ਨਾਨਕ ਗੁਰ ਚਰਨ ਪਰਾਤਾ। ਇਸ ਲਈ ਮੈਂ ਨਾਨਕ ਨੇ ਸਾਰੀਆਂ ਸਿਆਣਪਾਂ ਤੇ ਉਪਾਉ ਛੱਡ ਦਿੱਤੇ ਹਨ ਤੇ ਪ੍ਰਭੂ ਦੀ ਸ਼ਰਨ ਪੈ ਗਿਆ ਹਾਂ। ਹਾਂ, ਉਸ ਦੀ ਸ਼ਰਨ ਪ੍ਰਾਪਤੀ ਲਈ ਨਾਨਕ ਗੁਰੂ ਦੇ ਚਰਨੀ ਪੈ ਗਿਆ ਹੈ। ਵਿਆਖਿਆ। ਇਸ ਸ਼ਬਦ ਵਿੱਚ ਕਈ ਕਦਮ ਹਨ। ਪਹਿਲਾ ਹੈ ਅਸਮੰਜਸਮਈ ਪ੍ਰਸ਼ਨ।
ਮੈਂ ਨਹੀਂ ਜਾਣਦਾ ਕਿ ਪ੍ਰਭੂ ਨੂੰ ਕਿਹੜੀ ਗੱਲ ਭਾਉਂਦੀ ਹੈ। ਇਸ ਅਸਮੰਜਸ ਵਿੱਚ ਭਾਵ ਇਹ ਹੈ ਕਿ ਦੱਸੋ ਪ੍ਰਭੂ ਨੂੰ ਕਿਹੜੀ ਗੱਲ ਭਾਉਂਦੀ ਹੈ। ਇਸ ਦਾ ਉੱਤਰ ਹੈ ਖੋਜ ਮਾਰਗ। ਇਸ ਤੋਂ ਅੱਗੇ ਮਾਰਗਾਂ ਦਾ ਵੇਰਵਾ ਟੁਰਦਾ ਹੈ ਤੇ ਇਉਂ ਜਾਪਦਾ ਹੈ ਕਿ ਇਹ ਸਾਰੇ ਮਾਰਗ ਇੱਕ ਪੱਖੇ ਹਨ, ਜਾਂ ਨਿਰੇ ਸਾਧਨ ਰੂਪ ਹਨ, ਜਾਂ ਨਿਰੇ ਸਮਝ ਗੋਚਰੇ ਹਨ, ਪਿਆਰ ਵਾਲੇ ਨਹੀਂ। ਆਪਣੀ ਸੇਧ ਜਾਂ ਨਿਸ਼ਾਨਾ ਅਕਾਲ ਪੁਰਖ ਨੂੰ ਨਹੀਂ ਬੰਨ੍ਹਦੇ। ਅਕਾਲ ਪੁਰਖ ਜੀਵਤ ਹਸਤੀ ਹੈ, ਇਨਸਾਨ ਦਾ ਆਪਾ ਵੀ ਜੀਵਤ ਹੈ। ਦੋ ਜੀਵਤ ਵਸਤੂਆਂ ਨੂੰ ਮੇਲਣਹਾਰ ਪ੍ਰੇਮ ਹੁੰਦਾ ਹੈ। ਭਾਵ ਪ੍ਰੇਮ ਵਿਹੂਣੇ ਸਾਧਨ ਜੀਵਤ ਹਸਤੀਆਂ ਨੂੰ ਨਹੀਂ ਮੇਲ ਸਕਦੇ। ਇਹ ਗੱਲ ਇਹਨਾਂ ਮੱਤਾਂ ਵਿੱਚ ਜਾਂ ਨਜ਼ਰ ਓਲੇ ਹੁੰਦੀ ਹੈ ਜਾਂ ਗੌਣ ਹੁੰਦੀ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਉਚਾਰਿਆ ਹੈ, ਭਾਉ ਨਾ ਬ੍ਰਹਮੈ ਲਿਖਿਆ, ਵਾਰ ਪਹਿਲੀ ਪੌੜੀ 25। ਸੋ ਰਹਾਉ ਤੋਂ ਮਗਰੋਂ ਅੰਕ 6 ਦੇ ਅੰਤ ਤੱਕ। ਇਹ ਮਾਰਗ ਜੋ ਕਿਸੇ ਨਾ ਕਿਸੇ ਗੱਲੇ ਊਣੇ ਰਹਿ ਜਾਂਦੇ ਹਨ, ਗਿਣੇ ਹਨ। ਸਾਰੇ ਗਿਣ ਕੇ ਅੰਕ 7 ਵਿੱਚ ਦੱਸਿਆ ਹੈ ਕਿ ਫੇਰ ਸਾਰੇ ਕਿਸੇ ਆਪਣੀ ਨਿਊਣਤਾ ਜਾਂ ਥੁੜ ਨੂੰ ਨਹੀਂ ਲਿਖਦੇ, ਨਾ ਇਕਰਾਰ ਕਰਦੇ ਹਨ। ਕੋਈ ਘੱਟ ਨਹੀਂ ਅਖਵਾਉਂਦਾ। ਸਾਰੇ ਮੁਕੰਮਲ ਤੇ 16 ਆਨੇ ਦਰੁਸਤ ਹੋਣ ਦਾ ਦਾਅਵਾ ਕਰਦੇ ਹਨ। ਸਾਰੇ ਜੋ ਆਪੋ ਵਿੱਚ ਫਰਕ ਰੱਖਦੇ ਹੋਣ, ਪੂਰੇ ਠੀਕ ਨਹੀਂ ਹੋ ਸਕਦੇ। ਇਸ ਲਈ ਅਸਮੰਜਸ ਫੇਰ ਬਣੀ ਰਹੀ। ਪਰ ਗੁਰੂ ਜੀ ਇਸੇ ਅੰਕ ਦੀ ਅਖੀਰਲੀ ਸਤਰ ਵਿੱਚ ਨਿਰਣਾ ਕਰ ਦਿੰਦੇ ਹਨ, ਜਿਸ ਮੇਲੇ ਸੋ ਭਗਤਾ, ਅਰਥਾਤ ਜਿਸ ਨੂੰ ਭਗਵੰਤ ਆਪ ਆਪਣੇ ਨਾਲ ਮੇਲ ਲਵੇ, ਉਹ ਭਗਤ ਹੈ। ਇਸ ਨਿੱਕੇ ਜਿਹੇ ਵਾਕ ਵਿੱਚ ਦਾਰਸ਼ਨਿਕ ਪਹਿਲੂ ਤੋਂ ਵੀ ਉੱਤਰ ਦੇ ਦਿੱਤਾ ਹੈ ਤੇ ਭਗਤੀ ਪ੍ਰੇਮ ਦੇ ਨੁਕਤੇ ਤੋਂ ਵੀ ਉੱਤਰ ਦੇ ਦਿੱਤਾ ਹੈ। ਦਾਰਸ਼ਨਿਕ ਪਹਿਲੂ ਇਹ ਹੈ ਕਿ ਜੀਵ ਜੋ ਅੰਤ ਵਿੱਚ ਹੈ, ਉਹ ਆਪਣੇ ਅੰਤ ਵਾਲੇ ਉਪਰਾਲਿਆਂ ਨਾਲ ਅਨੰਤ ਵਿੱਚ ਨਹੀਂ ਅੱਪੜ ਸਕਦਾ। ਜੀਵ ਦੇ ਪ੍ਰਯਤਨ ਜੇ ਉਹ ਸੱਚੇ ਦਿਲੋਂ ਵੀ ਕੀਤੇ ਜਾਣ, ਤਾਂ ਸਾਧਕ ਜੀਵ ਨੂੰ ਅੰਤ ਦੀ ਸੀਮਾ ਤੇ ਲੈ ਜਾਂਦੇ ਹਨ, ਜਿੱਥੋਂ ਜਾ ਕੇ ਅੱਗੇ ਅਨੰਤ ਨੇ ਸ਼ੁਰੂ ਹੋਣਾ ਹੈ। ਉਸ ਵੇਲੇ ਅਨੰਤ ਨੇ ਕੋਈ ਕ੍ਰਿਸ਼ਮਾ ਕਰਕੇ ਅੰਤ ਦੀ ਸੀਮਾ ਤੇ ਅੱਪੜੇ ਅੰਤ ਵਾਲੇ ਨੂੰ ਆਪਣੀ ਅਨੰਤਤਾਈ ਵਿੱਚ ਖਿੱਚ ਲੈਣਾ ਹੈ। ਅੰਤ ਵਾਲਾ ਆਪ ਕਿਸੇ ਆਪਣੇ ਹੀਲੇ ਨਾਲ ਅਨੰਤ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ, ਕਿਉਂਕਿ ਅੰਤ ਵਾਲੇ ਦਾ ਕੋਈ ਕਰਤੱਵ ਅਨੰਤ ਤੇ ਹਾਵੀ ਹੋ ਨਹੀਂ ਸਕਦਾ। ਸੋ ਇਸ ਵਾਕ ਦਾ ਭਾਵ ਇਹ ਹੈ ਕਿ ਸਾਰੇ ਕਹਿੰਦੇ ਹਨ ਕਿ ਪਾ ਲਿਆ ਹੈ, ਪਰ ਕੋਈ ਅੰਤ ਵਾਲਾ ਅਨੰਤ ਨੂੰ ਨਹੀਂ ਪਾ ਸਕਦਾ। ਅਨੰਤ ਵਾਲਾ ਹੀ ਅੰਤ ਵਾਲੇ ਨੂੰ ਆਪਣੀ ਅਨੰਤਤਾਈ ਵਿੱਚ ਤਦਰੂਪ ਕਰ ਸਕਦਾ ਹੈ। ਸੋ ਜਿਸ ਨੂੰ ਅਨੰਤ ਆਪ ਆਪਣੀ ਅਨੰਤਤਾਈ ਵਿੱਚ ਮੇਲ ਲਵੇ, ਸਮਝੋ ਕਿ ਉਸੇ ਨੇ ਪਾਇਆ ਹੈ। ਉਹ ਅਨੰਤ ਵਿੱਚ ਮਿਲ ਕੇ ਅਨੰਤ ਹੋ ਗਿਆ ਹੈ। ਹਾਂ, ਉਹ ਭਗਵੰਤ ਵਿੱਚ ਭਗਵੰਤ ਰੂਪ ਹੋ ਗਿਆ ਹੈ, ਭਗਤ ਹੈ। ਹੁਣ ਲਓ ਪ੍ਰੇਮ ਮਾਰਗ। ਸਾਧਾਰਨ ਪ੍ਰੇਮ ਇਸਤਰੀ ਭਰਤਾ ਦੇ ਵਿੱਚ ਵੀ ਇਸਤਰੀ ਪਤੀ ਪ੍ਰਾਪਤੀ ਦੇ ਸਾਰੇ ਸਾਧਨ ਕਰਕੇ ਹਜ਼ੂਰੀ ਵਿੱਚ ਪਹੁੰਚਦੀ ਹੈ, ਪਰ ਅੰਤ ਨੂੰ ਪਤੀ ਆਪਣੇ ਪ੍ਰੇਮ ਵਿੱਚ ਲੀਨ ਉਸ ਨੂੰ ਆਪਣੇ ਪ੍ਰੇਮ ਨਾਲ ਕਰਦਾ ਹੈ। ਜਿਸ ਤਰ੍ਹਾਂ ਬਾਹ ਪਕੜ ਠਾਕੁਰ ਹਉ ਕਿੱਦੀ, ਜੈਤ ਸ੍ਰੀ ਸ਼ੰਤ ਮਹੱਲਾ ਪੰਜਵਾ। ਸਾਈ ਸੁਹਾਗਣ ਠਾਕੁਰ ਧਾਰੀ, ਰਾਮਕਲੀ ਮਹੱਲਾ ਪਹਿਲਾ ਓੰਕਾਰ। ਸਾਈ ਸੁਹਾਗਣ ਸਾਈ ਭਾਗਣ, ਜੈ ਪਿਰ ਕਿਰਪਾ ਧਾਰੀ, ਰਾਮਕਲੀ ਵਾਰ ਮਹੱਲਾ ਪੰਜਵਾ। ਇਸੇ ਤਰ੍ਹਾਂ ਪ੍ਰੇਮੀ ਜਾਂ ਭਗਤ ਅਕਾਲ ਪੁਰਖ ਨਾਲ ਪ੍ਰੇਮ ਕਰਦਾ, ਉਸ ਦੇ ਦਰ ਅੱਪੜਦਾ ਹੈ। ਆਪਣਾ ਆਪ ਨਿਰਮਲ ਕਰਕੇ, ਹੋਰ ਸਾਰੇ ਪਿਆਰਾਂ ਤੋਂ ਸਾਫ਼ ਕਰਕੇ, ਉਸ ਦੇ ਪਿਆਰ ਵਿੱਚ ਰੱਤਾ ਉਸ ਦੀ ਚਰਨ ਸ਼ਰਨ ਜਾ ਖੜਾ ਹੁੰਦਾ ਹੈ। ਅਰ ਦਰ ਕਬੂਲ ਭਗਤ ਉਸ ਵੇਲੇ ਹੁੰਦਾ ਹੈ ਜਿਸ ਵੇਲੇ ਵਾਹਿਗੁਰੂ ਉਸ ਨੂੰ ਆਪਣੇ ਪਿਆਰ ਅੰਕ ਵਿੱਚ ਲੈ ਲੈਂਦਾ ਹੈ। ਜਥਾ
ਸੇ ਭਗਤ ਭਲੇ ਜਨ ਨਾਨਕ ਜੀ। ਜੋ ਭਾਵੈ ਹੈ ਮੇਰੇ ਹਰਿ ਭਗਵੰਤਾ। ਆਸਾ ਮਹੱਲਾ ਚੌਥਾ। ਸੋ ਪੁਰਖ ਤਥਾ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ। ਜੋ ਪ੍ਰਭ ਮੇਰੇ ਮਨ ਭਾਣੇ RAM। ਸੇ ਹਰ ਦਰਗਹਿ ਪੈ ਨਾਇਆ ਮੇਰੀ ਜਿੰਦੜੀਏ। ਅਹਨਿਸ ਸਾਚ ਸਮਾਏ RAM। ਬਿਹਾਗੜਾ ਮਹੱਲਾ ਚੌਥਾ। ਸ਼ੰਤ। ਗੁਰੂ ਮਾਰਗ ਜਦੋਂ ਅਕਾਲ ਪੁਰਖ ਭਗਤ ਉੱਤੇ ਜੋ ਸਪਰਾਇਣ ਹੋ ਚੁੱਕਾ ਹੈ ਆਪਣੇ ਅੰਕ ਸਮਾ ਲੈਣ ਦੀ ਮਿਹਰ ਕਰਦਾ ਹੈ ਤਾਂ ਉਸ ਮਿਹਰ ਨੂੰ ਨਦਰ ਕਹਿੰਦੇ ਹਨ। ਹਾਂ, ਉਹ ਮਿਹਰਾਂ ਦਾ ਮਾਲਕ ਆਪਣੇ ਦਰ ਖੜੇ ਪ੍ਰੇਮੀ ਨੂੰ ਜਦ ਨਿਹਾਲ ਕਰਦਾ ਹੈ ਤਾਂ ਨਦਰ ਨਾਲ ਜਥਾ ਨਾਨਕ ਨਦਰੀ ਪਾਈਐ। ਜਪ ਜੀ। ਪੁਨਾ ਨਾਨਕ ਨਦਰੀ ਨਦਰ ਨਿਹਾਲ। ਜਪਜੀ ਸਾਹਿਬ। ਇਸ ਲਈ ਗੁਰੂ ਜੀ ਨੇ ਫਰਮਾਇਆ ਜਿਸ ਮੇਲੇ ਸੋ ਭਗਤਾ। ਹੁਣ ਅੰਕ 8 ਚੱਲਿਆ। ਇਸ ਵਿੱਚ ਉਹ ਉਪਰਾਲਾ ਦੱਸਦੇ ਹਨ ਕਿ ਜਿਸ ਨਾਲ ਨਦਰ ਪ੍ਰਾਪਤ ਹੋਣ ਦਾ ਅਵਸਰ ਬਣੇ। ਨਦਰ ਕਿਸੇ ਸਾਧਨ ਦਾ ਫਲ ਨਹੀਂ, ਕੋਈ ਸਾਧਨ ਮਿਹਨਤ ਮਜ਼ਦੂਰੀ ਨਹੀਂ ਜਿਸ ਦੀ ਸਾਂਟ ਵਿੱਚ ਮਜ਼ਦੂਰੀ ਵਾਂਗੂ ਨਦਰ ਜ਼ਰੂਰੀ ਮਿਲਦੀ ਹੈ। ਨਦਰ ਮਿਹਰ ਹੈ ਜੋ ਸਵੈ ਛੰਦ ਸੁਤੰਤਰਤਾਈ ਦੀ ਦਾਤ ਹੈ। ਪਰ ਇਸ ਦੇ ਚਾਹਵਾਨ ਕੀ ਕਰਦੇ ਹਨ? ਸਾਰੀਆਂ ਸਿਆਣਪਾਂ ਤੇ ਜੁਗਤੀ ਨਾਲ ਪ੍ਰਾਪਤ ਹੋਣ ਵਾਲੇ ਸਮਝੇ ਗਏ ਉਪਾਅ ਛੱਡ ਦਿੰਦੇ ਹਨ। ਸਾਰੇ ਹਉ ਨਾਲ ਕੀਤੇ ਜਾਣ ਵਾਲੇ ਕਰਮਾਂ ਦੀ ਟੇਕ ਛੋੜ ਦਿੰਦੇ ਹਨ। ਨਿਰੋਲ ਆਪਾ ਭਾਵ ਸਾਈਂ ਪ੍ਰੇਮ ਵਿੱਚ ਉਸ ਦੇ ਅਰਪਣ ਕਰਦੇ ਹਨ। ਤਦੇ ਫਰਮਾਇਆ ਹੈ ਤਿਆਗੀ ਸਰਨ ਪਾਵਾ। ਸਭ ਸਿਆਣਪਾਂ ਤਿਆਗ ਕੇ ਸ਼ਰਨ ਪੈ ਜਾਂਦੇ ਹਨ। 10ਵੇਂ ਗੁਰੂ ਜੀ ਦਾ ਬਚਨ ਹੈ ਸੋ ਨਰ ਕਾਲ ਫਾਸ ਤੇ ਬਾਚੇ ਜੋ ਹਰ ਸਰਨ ਸਿਧਾਏ। ਬਿਲਾਵਲ ਪਾਤਸ਼ਾਹੀ 10ਵੀਂ। ਸ਼ਰਨ ਪੈਣਾ ਇੱਕ ਸੇਧ ਹੈ ਜੋ ਸਿੱਧੀ ਸਾਈਂ ਚਰਨਾਂ ਨਾਲ ਬੰਨ੍ਹਦੀ ਹੈ। ਇੱਧਰ ਉੱਧਰ ਤਿਆਗ ਕੇ ਸ਼ਰਨ ਪੈ ਡੀਂਗ ਡੋਲਣ ਨਹੀਂ ਦਿੰਦੀ। ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ। ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ। ਜਿਉਂਦੇ ਦਾ ਹਿੱਤ ਜਿਉਂਦੇ ਪਾਸ ਲੈ ਜਾਂਦਾ ਹੈ। ਸਾਈਂ ਜੀਵਤ ਹਸਤੀ, ਅਸੀਂ ਜੀਵਤ ਜੀਵ। ਪ੍ਰੇਮ ਮੇਲਣਹਾਰ ਸਿੱਧਾ ਰਾਹ ਹੈ। ਜਦੋਂ ਪ੍ਰੇਮ ਕਰਦਿਆਂ ਪ੍ਰੇਮ ਨਿਸ਼ਕਾਮ ਨਿਰੋਲ ਪ੍ਰੇਮ ਲਈ ਪ੍ਰੇਮ ਹੋ ਜਾਂਦਾ ਹੈ ਤਦ ਅੰਤ ਵਾਲਾ ਅੰਤ ਦੀ ਅੰਤਲੀ ਸੀਮਾ ਤੇ ਪ੍ਰੀਤਮ ਨਾਲ ਵਿੱਥ ਦੀ ਹੱਦ ਉੱਤੇ ਅੱਪੜ ਪੈਂਦਾ ਹੈ। ਨਦਰ ਵਾਲਾ ਪਾਤਸ਼ਾਹ ਟੁੱਟਦਾ ਹੈ, ਨਦਰ ਕਰਦਾ ਹੈ ਤੇ ਸ਼ਰਨਾਗਤ ਨੂੰ ਇਕਾਂਕੀ ਪ੍ਰੀਤ ਵਾਲੇ ਨੂੰ ਆਪਣੇ ਅੰਕ ਸਮਾ ਲੈਂਦਾ ਹੈ। ਆਸਾ ਮਨਸਾ ਸਗਲ ਪੂਰੀ ਪ੍ਰਿਯ ਅੰਕ ਅੰਕ ਮਿਲਾਈ। ਜੈਤ ਸ੍ਰੀ ਸ਼ੰਤ ਮਹੱਲਾ ਪੰਜਵਾ। ਨਦਰ ਸੁਤੰਤਰ ਤੇ ਸਵੈ ਛੰਦ ਹੈ। ਇਹ ਗੱਲ ਨਿਰਾਸਤਾ ਵਾਲੀ ਨਹੀਂ ਕਿਉਂਕਿ ਉਸ ਪ੍ਰਿਯ ਸਰੂਪ ਪ੍ਰਭੂ ਦਾ ਬਿਰਦ ਹੈ ਨਦਰ। ਸਾਡਾ ਹੱਕ ਨਹੀਂ, ਕਿਸੇ ਮੁੱਲੋਂ ਅਸੀਂ ਖਰੀਦ ਨਹੀਂ ਸਕਦੇ। ਪਰ ਪ੍ਰੇਮ ਵਾਲੇ ਭਗਤਾਂ ਤੇ ਤਰੁੱਠ ਪੈਣਾ ਉਸ ਦਾ ਬਿਰਦ ਹੈ। ਜਥਾ ਜੋ ਸਰਨ ਆਵੈ ਤਿਸ ਕੰਠ ਲਾਵੈ ਇਹੋ ਬਿਰਦ ਸੁਆਮੀ ਸੰਦਾ। ਬਿਹਾਗੜਾ ਮਹੱਲਾ ਪੰਜਵਾ। ਪਰੰਤੂ ਇਹ ਗੱਲ ਕਿ ਪ੍ਰੇਮ ਲੱਗੇ ਤੇ ਸਿਰੇ ਚੜੇ ਗੁਰੂ ਸਹਾਇਤਾ ਨਾਲ ਹੁੰਦੀ ਹੈ। ਉਹ ਨਾਮਦਾਨ ਦਿੰਦਾ ਹੈ, ਉਹ ਸਿਫਤ ਸਲਾਹ ਵਿੱਚ ਮਗਨ ਕਰਦਾ ਹੈ। ਉਹ ਆਪਣੀ ਸਿੱਖ ਮੱਤ ਤੇ ਹਦਾਇਤ ਨਾਲ ਡੀਂਗੇ ਡੋਲਣ ਨਹੀਂ ਦਿੰਦਾ। ਉਹ ਆਪਣੀ ਛੋਹ, ਆਪਣੀ ਮਿਹਰ, ਆਪਣੇ ਸਤ ਸੰਗ ਨਾਲ ਨਿਸ਼ਕਾਮ ਤੇ ਇਕਾਂਕੀ ਪ੍ਰੇਮ ਵਿੱਚ ਲੈ ਜਾਂਦਾ ਹੈ। ਇਸ ਲਈ
ਗੁਰੂ ਜੀ ਇਸ ਸ਼ਬਦ ਵਿੱਚ ਅੰਤਲੀ ਸਿੱਖਿਆ ਦਾਨ ਇਹ ਕਰਦੇ ਹਨ, ਨਾਨਕ ਗੁਰ ਚਰਨ ਪਰਾਤਾ, ਅਰਥਾਤ ਨਾਨਕ ਗੁਰੂ ਦੀ ਚਰਨੀ ਪੈ ਗਿਆ ਹੈ। ਇਸ ਵਿੱਚ ਇਹ ਉਪਦੇਸ਼ ਦਿੰਦੇ ਹਨ ਕਿ ਗੁਰੂ ਦੀ ਚਰਨੀ ਲੱਗ ਕੇ ਪ੍ਰਭੂ ਦੀ ਸ਼ਰਨ ਪੈ ਜਾਓ ਤੇ ਹੋਰ ਜਿਤਨੇ ਮਾਰਗ ਹਨ ਸਭ ਤਿਆਗ ਦਿਓ। ਤਿਆਗੀ ਸਰਨ ਭਾਵਾ ਹੋ ਜਾਓ। ਬਿਨੈ ਇਸ ਸ਼ਬਦ ਵਿੱਚ ਦੱਸਿਆ ਗੁਰੂ ਕਾ ਆਸ਼ਾ ਪੂਰੇ ਵਿਸਥਾਰ ਵਿੱਚ ਸਮਝਣੇ ਲਈ ਸੁਖਮਨੀ ਸਾਹਿਬ ਦੀ ਤੀਸਰੀ ਅਸ਼ਟਪਦੀ ਦਾ ਵਿਚਾਰ ਨਾਲ ਪਾਠ ਕਰ ਲੈਣਾ ਚਾਹੀਏ। ਨਿਰੁਕਤ ਧਿਆਨੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਧਿਆਨਨ, ਧਿਆਨ ਲਾਉਣ ਵਾਲਾ। ਮੁਰਾਦ ਉਸ ਧਿਆਨੀ ਤੋਂ ਹੈ ਜੋ ਈਸ਼ਵਰ ਵਿੱਚ ਭਗਤੀ ਭਾਵਨਾ ਤੋਂ ਬਿਨਾ ਚਿੱਤ ਬਿਰਤੀਆਂ ਨੂੰ ਨਿਰੁੱਧ ਕਰਨ ਵਿੱਚ ਜੁੜਦਾ ਹੈ। ਉਸ ਜੋਗੀ ਤੋਂ ਵੀ ਮੁਰਾਦ ਹੈ ਜੋ ਵਿਭੂਤੀਆਂ ਦੀ ਪ੍ਰਾਪਤੀ ਲਈ ਧਾਰਨਾ, ਧਿਆਨ, ਸਮਾਧੀ ਭਾਵ ਸੰਜਮ ਕਰਦਾ ਹੈ। ਉਸ ਧਿਆਨ ਤੋਂ ਮਤਲਬ ਨਹੀਂ ਜਿਸ ਵਿੱਚ ਈਸ਼ਵਰ ਧਿਆਇ ਹੈ ਤੇ ਪ੍ਰੇਮ ਭਾਵਨਾ ਨਾਲ ਚਿੱਤ ਵਿੱਚ ਧਿਆਈਦਾ ਹੈ। ਜਿਸ ਬਾਬਤ ਵਾਕ ਹੈ, ਪੰਚਾ ਕਾ ਗੁਰ ਏਕ ਧਿਆਨ। ਜਪਜੀ ਸਾਹਿਬ। ਭਾਈ ਗੁਰਦਾਸ ਜੀ ਲਿਖਦੇ ਹਨ, ਸਤਿਗੁਰ ਸਤ ਸਰੂਪ ਹੈ, ਧਿਆਨ ਮੂਲ ਗੁਰ ਮੂਰਤ ਜਾਣੈ। ਵਾਰ 6ਵੀਂ ਪੌੜੀ 19ਵੀਂ। ਜਿਸ ਨੂੰ ਸਹਿਜ ਧਿਆਨ ਵੀ ਆਖਿਆ ਹੈ, ਜਥਾ ਸੁਣਿਐ ਲਾਗੈ ਸਹਿਜ ਧਿਆਨ। ਜਪਜੀ ਸਾਹਿਬ। ਗਿਆਨੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਗਿਆਨਨ, ਗਿਆਨ ਵਾਲਾ। ਮੁਰਾਦ ਹੈ ਉਸ ਗਿਆਨੀ ਤੋਂ ਜਿਸ ਨੂੰ ਸਾਂਖੀ ਵੀ ਆਖਦੇ ਹਨ, ਜੋ ਕਰਤਾ ਪੁਰਖ ਦੀ ਲੋੜ ਨਹੀਂ ਰੱਖਦਾ, ਪ੍ਰਕਿਰਤੀ ਤੇ ਪੁਰਖ ਦਾ ਗਿਆਨ ਪ੍ਰਾਪਤ ਕਰਕੇ ਛੁਟਕਾਰਾ ਲੋੜਦਾ ਹੈ। ਇੱਥੇ ਉਸ ਗਿਆਨੀ ਤੋਂ ਮੁਰਾਦ ਨਹੀਂ ਜਿਸ ਦੀ ਵਿਵੇਚਨਾ ਸੁਖਮਨੀ ਸਾਹਿਬ ਦੀ ਅਸ਼ਟਪਦੀ 8ਵੀਂ ਵਿੱਚ ਕੀਤੀ ਹੈ, ਜੋ ਬ੍ਰਹਮ ਨੂੰ ਆਪਣਾ ਪ੍ਰੀਤਮ ਬਣਾ ਕੇ ਉਸ ਦੇ ਤੱਤ ਗਿਆਨ ਨੂੰ ਪ੍ਰਾਪਤ ਹੁੰਦਾ ਹੈ। ਜਿਸ ਬਾਬਤ ਫਰਮਾਇਆ ਹੈ, ਬ੍ਰਹਮ ਗਿਆਨੀ ਏਕ ਸੰਗ ਹੇਤਾ। ਸੁਖਮਨੀ ਸਾਹਿਬ। ਭਗਉਤੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਭਗਵਤ, ਭਗਉਤੀ ਭਗਵੰਤ ਦਾ, ਵੈਸ਼ਨਵ ਫਿਰਕੇ ਦਾ ਆਦਮੀ ਜੋ ਤੁਲਸੀ ਮਾਲਾ, ਬ੍ਰਤ, ਸਿੱਧਾ ਆਦਿ ਦੀਆਂ ਜੁਗਤਾਂ ਨਾਲ ਜੀਵਨ ਟੋਰਦਾ ਹੈ ਤੇ ਕਈ ਤਰ੍ਹਾਂ ਦੇ ਸੰਜਮ ਕਰਦਾ ਹੈ। ਨੰਬਰ 2, ਹੋ ਸਕਦਾ ਹੈ ਕਿ ਇਹ ਪਦ ਭਗਤੀਏ ਦੇ ਅਰਥਾਂ ਵਾਲਾ ਹੋਵੇ। ਭਗਤੀਏ ਗਵਈਆਂ ਨੂੰ ਕਹਿੰਦੇ ਹਨ, ਜੋ ਠਾਕੁਰ ਮੰਦਰਾਂ ਵਿੱਚ ਗਾਓ ਵਜਾ ਕੇ, ਨਿਰਤਕਾਰੀ ਕਰਕੇ ਜੀਵਨ ਤੋਰਦੇ ਹਨ। ਸੋ ਗੁਰੂ ਜੀ ਦਾ ਭਾਵ ਇੱਥੇ ਦਿਖਾਵੇ ਦੀ ਭਗਤੀ ਵਾਲੇ ਤੋਂ ਹੈ ਜਾਂ ਰਸਮ ਪ੍ਰਸਤੀ ਦੀ ਭਗਤੀ ਵਾਲੇ ਤੋਂ ਹੈ, ਜੋ ਕਈ ਜੁਗਤਾਂ ਨਾਲ ਆਪਣੇ ਕਰਮ ਕਰਦਾ ਹੈ। ਇਸ ਤੋਂ ਉਹ ਭਗਉਤੀ ਮੁਰਾਦ ਨਹੀਂ ਹੈ ਜਿਸ ਬਾਬਤ ਤੀਸਰੇ ਸਤਿਗੁਰਾਂ ਦਾ ਵਾਕ ਹੈ, ਸੋ ਭਗਉਤੀ ਜੋ ਭਗਵੰਤੈ ਜਾਣੈ, ਗੁਰ ਪ੍ਰਸਾਦੀ ਆਪ ਪਛਾਣੈ। ਧਾਵਤ ਰਾਖੈ ਇਕਤ ਘਰ ਆਣੈ, ਜੀਵਤ ਮਰੈ ਹਰ ਨਾਮ ਵਖਾਣੈ। ਐਸਾ ਭਗਉਤੀ ਉੱਤਮ ਹੋਇ, ਨਾਨਕ ਸੱਚ ਸਮਾਵੈ ਸੋਇ। ਵਾਰ ਸ੍ਰੀ ਰਾਗ ਮਹੱਲਾ ਤੀਜਾ। ਇਹ ਭਗਉਤੀ ਸ਼ਰਨ ਹੀ ਲੈ ਰਿਹਾ ਹੈ। ਜੋਗੀ। ਸੰਸਕ੍ਰਿਤੀ ਵਿੱਚ ਜੋਗੀ ਦਾ ਭਾਵ ਹੈ ਜੋਗਿਨ, ਜੋਗੀ, ਹਠ ਜੋਗ ਕਰਨੇ ਵਾਲਾ, ਰਾਜ ਜੋਗ ਕਰਨੇ ਵਾਲਾ। ਦੋਏ ਜੋ ਵਿਭੂਤੀਆਂ ਲਈ ਜੋਗ ਕਰਦੇ ਹਨ। ਰਾਜ ਜੋਗੀ ਚਿੱਤ ਬਿਰਤੀਆਂ ਦਾ ਨਿਰੋਧ ਕਰਦਾ ਹੈ, ਬ੍ਰਿਤੀਆਂ ਦੇ ਨਿਰੋਧ ਮਾਤਰ ਤੋਂ ਅਗੇਰੇ ਹੈ। ਪਰਮਾਤਮ ਦੇਵ ਵਿੱਚ ਪ੍ਰਾਪਤ ਹੋਣ ਦਾ ਪਦ। ਇੱਕ ਐਵੇਂ ਮੰਗ ਪਿੰਨ ਖਾਣ ਵਾਲੇ ਜੋਗੀ ਵੀ ਫਿਰਦੇ ਹਨ, ਜਿਨ੍ਹਾਂ ਬਾਬਤ ਵਾਕ ਹੈ, ਇਹੋ ਜੋਗ ਨਾ ਹੋਵੈ ਜੋਗੀ, ਜੇ ਕੁਟੰਬ ਛੋੜ ਪਰ ਭਵਨ ਕਰਹਿ। ਰਾਮਕਲੀ ਮਹੱਲਾ ਤੀਜਾ ਅਸ਼ਟਪਦੀਆਂ। ਇੱਥੇ ਜੋਗ ਤੋਂ ਉਸ ਭਗਤੀ ਜੋਗ ਦੀ ਮੁਰਾਦ ਨਹੀਂ ਜੋ ਕਬੀਰ ਜੀ ਨੇ ਦੱਸਿਆ ਹੈ।
ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੇ ਸਿਓ ਭਲ ਜੋਗ। ਭਗਤ ਨਾ ਛਾਡੋ RAM ਕੀ, ਭਾਵੈ ਨਿੰਦੋ ਲੋਗ। ਸ਼ਲੋਕ ਕਬੀਰ ਜੀ। ਇਹ ਭਗਤੀ ਯੋਗ ਹੈ, ਜੋ ਸ਼ਰਨ ਲੈਣ ਦਾ ਹੀ ਸਰੂਪ ਹੈ। ਤਪਸੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਤਪਸਵੀ, ਤਪ ਕਰਨੇ ਵਾਲਾ। ਜੋ ਸਰੀਰ ਨੂੰ ਅਗਨੀ ਆਦਿ ਦਾ ਤਾਪ ਦੇਵੇ, ਜੋ ਜਲ, ਧੁੱਪ, ਅਗਨੀ, ਬਰਫ਼ ਆਦਿ ਦੇ ਕਸ਼ਟ ਦੇ ਦੇ ਕੇ ਸਰੀਰ ਨੂੰ ਸਾਧੇ। ਜਥਾ ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨਾ ਬਿਖਿਆ ਟਰੈ। ਸੁਖਮਨੀ ਸਾਹਿਬ। ਮੌਨੀ ਦਾ ਭਾਵ ਹੈ ਮੌਨ ਧਾਰਨ ਵਾਲਾ, ਚੁੱਪ ਸਾਧਨ ਵਾਲਾ। ਮੌਨ ਵਿਗੂਤਾ, ਕਿਉ ਜਾਗੈ ਗੁਰ ਬਿਨ ਸੂਤਾ। ਵਾਰ ਆਸਾ ਮਹੱਲਾ ਪਹਿਲਾ। ਐਸੇ ਮੌਨੀਆਂ ਤੋਂ ਮੁਰਾਦ ਹੈ, ਇੱਥੇ ਐਸੇ ਘੱਟ ਬੋਲਣ ਵਾਲਿਆਂ ਤੋਂ ਮੁਰਾਦ ਨਹੀਂ, ਜਿਨ੍ਹਾਂ ਬਾਬਤ ਫਰਮਾਇਆ ਹੈ, ਬਾਣੀ ਰੋਕਿਆ ਰਹੈ ਦੁਆਰ, ਤਉ ਮਨ ਮਤਵਾਰੋ ਪੀਵਨਹਾਰ। ਗੌੜੀ ਕਬੀਰ। ਵਾਰ 7। ਪੁਨਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਰਾਮਕਲੀ ਆਨੰਦ ਸਾਹਿਬ। ਸੰਨਿਆਸੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸੰਨਿਆਸਨ, ਤਿਆਗੀ। ਤਿਆਗੀ ਸਾਧੂਆਂ ਦੀ ਇੱਕ ਸੰਪਰਦਾਇ। ਦੱਤਾਤਰੇय ਆਦਿ ਦੀ ਸੰਪਰਦਾ ਦੇ ਦੰਡੀ ਆਦਿ ਸਾਧੂ, ਜਿਨ੍ਹਾਂ ਬਾਬਤ ਫਰਮਾਇਆ ਹੈ, ਸੰਨਿਆਸੀ ਹੋਏ ਕੈ ਤੀਰਥ ਭ੍ਰਮਿਓ। ਮਾਰੂ ਮਹੱਲਾ ਪੰਜਵਾ। ਸੰਨਿਆਸੀ ਵਿਭੂਤ ਲਾਇ ਦੇਹ ਸਵਾਰੀ। ਗੌੜੀ ਮਹੱਲਾ ਚੌਥਾ। ਇੱਥੇ ਉਸ ਸੰਨਿਆਸ ਤੋਂ ਮੁਰਾਦ ਨਹੀਂ, ਜੋ ਦਸਮ ਗੁਰੂ ਜੀ ਨੇ ਦੱਸਿਆ ਹੈ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਬੈ ਕਰ ਸਮਝੋ। ਮਨ ਹੀ ਮਾਹੇ ਉਦਾਸਾ। ਰਾਮਕਲੀ ਪਾਤਸ਼ਾਹੀ 10ਵੀਂ। ਬ੍ਰਹਮਚਾਰੀ। ਬ੍ਰਹਮਚਾਰੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਬ੍ਰਹਮਚਾਰਨ, ਜੋ ਬ੍ਰਹਮਚਾਰਿਆ ਧਾਰਨ ਕਰੇ। ਜੋ ਇਸਤਰੀ ਸੰਭੋਗ ਤੋਂ ਬਚੇ ਤੇ ਜਾਤ ਸਤ ਰੱਖੇ। ਨੰਬਰ 2। ਹਿੰਦੂ ਮਤ ਦੇ 4 ਆਸ਼ਰਮਾਂ, ਬ੍ਰਹਮਚਰਜ, ਗ੍ਰਸਤ, ਬਾਣਪ੍ਰਸਤ, ਸੰਨਿਆਸ। ਇਹਨਾਂ ਵਿੱਚੋਂ ਪਹਿਲਾ ਆਸ਼ਰਮ, ਜਿਸ ਵਿੱਚ ਜਤੀ ਰਹਿ ਕੇ ਵਿਦਿਆ ਪਾਈਦੀ ਹੈ। ਬ੍ਰਹਮਚਾਰ ਬ੍ਰਹਮਚਜ ਕੀਨਾ, ਹਿਰਦੈ ਭਇਆ ਗੁਮਾਨਾ। ਸੰਨਿਆਸੀ ਹੋਏ ਕੈ ਤੀਰਥ ਭ੍ਰਮਿਓ, ਉਸ ਮਹਿ ਕ੍ਰੋਧ ਬਿਗਾਨਾ। ਮਾਰੂ ਮਹੱਲਾ ਪੰਜਵਾ। ਉਦਾਸੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਉਦਾਸਨ, ਜੋ ਗ੍ਰਸਤ ਆਦਿ ਬੰਧਨ ਤੋਂ ਸੁਤੰਤਰ ਰਹਿ ਕੇ ਉਦਾਸ ਬ੍ਰਿਤੀ ਰੱਖੇ। ਕੋਈ ਸਾਧੂ ਜਿਨ ਗ੍ਰਸਤ ਤਿਆਗ ਦਿੱਤਾ ਹੈ। ਪਹਿਲੋਂ ਇਹ ਕੋਈ ਦ੍ਰਿੜ ਸੰਪਰਦਾ ਨਹੀਂ ਸੀ। ਸੰਨਿਆਸੀ ਤੇ ਜੋਗੀ ਆਦਿ ਨੂੰ ਉਦਾਸੀ ਕਹਿ ਲਿਆ ਕਰਦੇ ਸਨ। ਜਿਵੇਂ ਸੰਨਿਆਸੀ ਇੱਕ ਸੰਪਰਦਾ ਵੀ ਹੈ ਤੇ ਆਮ ਤੌਰ ਤੇ ਤਿਆਗੀ ਪੁਰਖ ਨੂੰ ਵੀ ਸੰਨਿਆਸੀ ਕਹਿ ਲੈਂਦੇ ਹਨ, ਤਿਵੇਂ ਉਦਾਸੀ ਦਾ ਅਰਥ ਗ੍ਰਸਤ ਆਸ਼ਰਮ ਤੋਂ ਉਦਾਸ ਰਹਿਣ ਵਾਲੇ ਦੇ ਆਮ ਅਰਥ ਵੀ ਦਿੰਦਾ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਸ੍ਰੀ ਚੰਦ ਜੀ ਤੋਂ ਚੱਲੀ ਸੰਪਰਦਾ ਨੂੰ ਵੀ ਉਦਾਸੀਨ ਸੰਪਰਦਾ ਤੇ ਸਾਧੂ ਨੂੰ ਉਦਾਸੀ ਆਖਦੇ ਹਨ। ਇਸ ਪਦ ਤੋਂ ਉਹ ਉਦਾਸੀ ਮੁਰਾਦ ਨਹੀਂ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕ ਹਨ ਤੇ ਈਸ਼ਵਰ ਦੀ ਪ੍ਰੇਮ ਪ੍ਰਾਪਤੀ ਨੂੰ ਪਿਆਰ ਕਰਦੇ ਹਨ। ਐਸਾ ਸੱਚਾ ਉਦਾਸੀ ਗੁਰਸਿੱਖੀ ਦੀ ਸਾਰੀ ਘਾਲ ਨਾਮ ਬਾਣੀ ਵਾਲੀ, ਸ਼ਰਨਾਗਤ ਹੋਣ ਵਾਲੀ ਕਰਦਾ ਹੈ। ਕੇਵਲ ਉਹ ਗ੍ਰਸਤ ਆਸ਼ਰਮ ਨਹੀਂ ਧਾਰਨ ਕਰਦਾ। ਭਗਤ ਦਾ ਭਾਵ ਹੈ ਸੰਸਕ੍ਰਿਤ ਵਿੱਚ ਭਗਤ, ਭਗਤੀ। ਇੱਥੇ 9 ਪ੍ਰਕਾਰ ਦੀ ਭਗਤੀ ਨੂੰ ਲੈ ਰਹੇ ਹਨ, ਜਿਸ ਵਿੱਚ ਲੱਗੇ ਭਗਤ ਇਹਨਾਂ ਦੇ ਅੰਗ ਪ੍ਰਤ ਅੰਗ ਦੇ ਅਡੰਬਰਾਂ ਵਿੱਚ ਰਹਿ ਜਾਂਦੇ ਹਨ। ਇਹ ਅਕਸਰ ਬੁੱਤ ਪ੍ਰਸਤ ਹੁੰਦੇ ਹਨ।
ਵੈਰਾਗੀ ਵਿਵੇਕੀ ਹੋ ਕੇ ਈਸ਼ਵਰ ਪ੍ਰੇਮ ਤੇ ਸਿਮਰਨ ਦੁਆਰਾ ਵਾਹਿਗੁਰੂ ਪ੍ਰਾਪਤੀ ਦਾ ਆਦਰਸ਼ ਲਾਂਭੇ ਰਹਿ ਜਾਂਦਾ ਹੈ। ਜਿਸ ਬਾਬਤ ਫਰਮਾਇਆ ਹੈ, ਮਨ ਮੁਖ ਭਗਤ ਕਰਹਿ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨ ਹੋਈ RAM। ਸੂਹੀ ਮਹੱਲਾ ਤੀਜਾ ਸ਼ੰਤ। 9 ਪ੍ਰਕਾਰ ਦੀ ਭਗਤੀ ਇਹ ਹੈ। ਨੰਬਰ 1 ਸ਼ਰਵਣ, ਇਸ਼ਟ ਦੇਵ ਦਾ ਕੀਰਤਨ ਜਾਂ ਜਸ ਸੁਣਨਾ। ਨੰਬਰ 2 ਕੀਰਤਨ, ਆਪ ਗੁਣ ਗਾਇਨ ਜਾਂ ਕਥਨ ਕਰਨਾ। ਨੰਬਰ 3 ਸਿਮਰਨ, ਯਾਦ ਕਰਨਾ, ਨਾਮ ਸਿਮਰਨਾ। ਨੰਬਰ 4 ਚਰਨ ਸੇਵਾ। ਨੰਬਰ 5 ਅਰਚਨ, ਫੁੱਲ ਚੰਦਨ ਦਾ ਪੂਜਣਾ। ਨੰਬਰ 6 ਬੰਦਨ, ਮੱਥਾ ਟੇਕਣਾ। ਨੰਬਰ 7 ਸਾਖ, ਇਸ਼ਟ ਦੇਵ ਵਿੱਚ ਮਿੱਤਰ ਭਾਵਨਾ। ਨੰਬਰ 8 ਦਾਸ ਜਾਂ ਸੇਵਕ ਭਾਵਨਾ ਇਸ਼ਟ ਦੇਵ ਵਿੱਚ। ਨੰਬਰ 9 ਆਤਮ ਨਿਵੇਦਨ, ਆਪਣਾ ਆਪਾ ਅਰਪ ਦੇਣਾ। ਭਗਤ ਤੋਂ ਇੱਥੇ ਮੁਰਾਦ ਉਹਨਾਂ ਭਗਤਾਂ ਦੀ ਨਹੀਂ ਜੋ ਪਰਮੇਸ਼ਰ ਨੂੰ ਨਿਸ਼ਾਨਾ ਬੰਨ੍ਹ ਕੇ ਹਰੀ ਕੀਰਤਨ ਤੇ ਸਿਮਰਨ ਦੁਆਰਾ ਕਰਤਾ ਪੁਰਖ ਦੀ ਸ਼ਰਨ ਨੂੰ ਪ੍ਰਾਪਤ ਹੋਏ ਰਹਿੰਦੇ ਹਨ। ਜਿਨ੍ਹਾਂ ਬਾਬਤ ਫੁਰਮਾਨ ਹੈ, ਸੋ ਭਗਤ ਜੋ ਗੁਰਮੁਖ ਹੋਵੈ, ਹਉਮੈ ਸ਼ਬਦ ਜਲਾਇਆ RAM। ਨਾਨਕ ਸੇ ਭਗਤ ਹਰਿ ਕੈ ਦਰ ਸਾਚੇ, ਅਨ ਦਿਨ ਨਾਮ ਸੰਭਾਲੇ। ਸੂਹੀ ਮਹੱਲਾ ਤੀਜਾ ਸ਼ੰਤ। ਪੰਡਤ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਪੰਡਤ ਪੜ੍ਹਿਆ ਹੋਇਆ। ਸੰਸਕ੍ਰਿਤ ਵੇਤਾ, ਵੇਦ ਪਾਠੀ, ਜੋ ਪੜ੍ਹਦੇ ਹਨ ਪਰ ਗੁੜਦੇ ਨਹੀਂ, ਕਮਾਈ ਨਹੀਂ ਕਰਦੇ ਤੇ ਅਨੁਭਵ ਨਹੀਂ ਖੁੱਲਦਾ। ਪੰਡਤ ਆਖਾਏ ਬਹੁਤੀ ਰਾਹੀ, ਕੋਰੜ ਮੋਠ ਜਨੇਹਾ। ਰਾਮ ਕਲੀਵਾਰ ਮਹੱਲਾ ਪੰਜਵਾ। ਇਹ ਉਸ ਪੰਡਤ ਬਾਬਤ ਨਹੀਂ ਕਿਹਾ ਜਿਸ ਬਾਬਤ ਕਿਹਾ ਹੈ, ਸੋ ਪੰਡਤ ਜੋ ਮਨ ਪ੍ਰਬੋਧੈ, RAM ਨਾਮ ਆਤਮ ਮਹਿ ਸੋਧੈ। ਸੁਖਮਨੀ ਸਾਹਿਬ। ਐਸਾ ਪੰਡਤ ਸ਼ਰਨ ਪ੍ਰਾਪਤ ਹੁੰਦਾ ਹੈ। ਗਿਰਸਤ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਗ੍ਰਹਿਸਤ, ਵਿਵਹਾਰ ਕਰਕੇ ਇਸਤਰੀ ਪੁੱਤਰਾਂ ਦੇ ਵਿੱਚ ਰਹਿ ਕੇ ਜੀਵਨ ਬਸਰ ਕਰਨੇ ਵਾਲਾ। ਐਸਾ ਗ੍ਰਹਿਸਤੀ ਜੋ ਇਸਤਰੀ ਪੁੱਤਰ ਪਦਾਰਥ ਆਦਿ ਦੀ ਮੋਹ ਮਾਇਆ ਵਿੱਚ ਹੈ, ਪਰ ਦਾਨ ਪੁੰਨ ਵੀ ਕਰਦਾ ਹੈ, ਤੀਰਥ ਵੀ ਪਰਸਾਉਂਦਾ ਹੈ, ਹੋਰ ਕਰਮ ਵੀ ਕਰਨ ਦਾ ਯਤਨ ਕਰਦਾ ਹੈ, ਪਰ ਈਸ਼ਵਰ ਪ੍ਰੇਮ ਵਿੱਚ ਸਿਮਰਨ ਤੇ ਕੀਰਤਨ ਵਿੱਚ ਆ ਕੇ ਵਾਹਿਗੁਰੂ ਪ੍ਰੇਮ ਵਿੱਚ ਨਹੀਂ ਲੱਗਾ ਹੋਇਆ। ਇੱਥੇ ਉਸ ਗ੍ਰਹਿਸਤੀ ਤੋਂ ਮੁਰਾਦ ਨਹੀਂ ਜਿਸ ਬਾਬਤ ਫਰਮਾਇਆ ਹੈ, ਇਕ ਗਿਰਹੀ ਸੇਵਕ ਸਾਧਕਾ, ਗੁਰਮਤੀ ਲਾਗੇ, ਨਾਮ ਦਾਨ ਇਸਨਾਨ ਦ੍ਰਿੜ, ਹਰ ਭਗਤ ਸੋ ਜਾਗੇ। ਆਸਾ ਮਹੱਲਾ ਪਹਿਲਾ ਅਸ਼ਟਪਦੀਆਂ। ਇੱਕ ਸ਼ਬਦੀ, ਇੱਕ ਸ਼ਬਦ ਉਚਾਰਨ ਵਾਲਾ। ਉਹ ਸਾਧੂ ਜੋ ਇੱਕ ਸ਼ਬਦ ਆਲਖ, ਆਲਖ ਜਾਂ ਕੋਈ ਹੋਰ ਐਸਾ ਪਦ ਉਚਾਰਦਾ ਗਲੀਆਂ ਕੂਚਿਆਂ ਵਿੱਚੋਂ ਲੰਘ ਜਾਂਦਾ ਹੈ, ਕਿਸੇ ਘਰ ਅੱਗੇ ਨਹੀਂ ਮੰਗਦਾ, ਉਸ ਨੂੰ ਚਲਦੇ ਨੂੰ ਭਿਖਿਆ ਮਿਲ ਜਾਂਦੀ ਹੈ। ਨੰਬਰ 2 ਵਿਆਕਰਨ ਦੀ ਰੀਤੀ ਨਾਲ ਇੱਕ ਸ਼ਬਦ ਦਾ ਸ਼ੁੱਧ ਜਾਣ ਲੈਣਾ ਕਾਮਨਾ ਪੂਰਨਹਾਰ ਤੇ ਕਲਿਆਣਕਾਰੀ ਮੰਨਿਆ ਜਾਂਦਾ ਹੈ, ਐਸਾ ਮੰਨਣੇ ਵਾਲਾ। ਨੰਬਰ 3 ਕੋਈ ਵੇਦਾਂਤ ਦੇ ਵਾਕ ਨੂੰ ਜੋ ਭੇਦ ਨਿਰੂਪਣ ਕਰਦਾ ਹੈ, ਉਚਾਰਨ ਮਾਤਰ ਨਾਲ ਕਲਿਆਣ ਸਮਝਦੇ ਹਨ। ਇੱਥੇ ਉਸ ਏਕ ਸ਼ਬਦ ਤੋਂ ਮੁਰਾਦ ਨਹੀਂ ਜਿਸ ਬਾਬਤ ਫਰਮਾਨ ਹੈ, ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾ। ਬਿਲਾਵਲ ਮਹੱਲਾ ਪਹਿਲਾ। ਇਹ ਇੱਕ ਸ਼ਬਦ ਦਾ ਅੰਤਰ ਨਿਵਾਸ ਸ਼ਰਨਾਗਤ ਮਾਰਗ ਦੀ ਵਸਤੂ ਹੈ। ਬਹੁ ਰੂਪ ਦਾ ਭਾਵ ਹੈ ਬਹੁਤੇ ਰੂਪ ਧਾਰਨ ਕਰਨ ਵਾਲਾ। ਸਾਂਗ ਭਰ ਕੇ ਪੈਸੇ ਮੰਗਣ ਵਾਲੇ ਤੋਂ ਮੁਰਾਦ ਨਹੀਂ ਹੈ, ਪਰ ਐਸੇ ਭਗਤੀਆਂ ਤੋਂ ਮੁਰਾਦ ਹੈ ਜੋ ਰਾਸਾਂ ਤੇ ਲੀਲਾ ਵਿੱਚ ਕਦੇ ਰਾਮ, ਕਦੇ ਕ੍ਰਿਸ਼ਨ, ਕਦੇ ਗੋਪੀ, ਕਦੇ ਗੋਪ,
ਕਦੇ ਰਾਧਾ ਕਦੇ ਸੀਤਾ ਜੀ ਦੇ ਰੂਪ ਧਾਰਨ ਕਰਕੇ ਭਗਵਾਨ ਦੀਆਂ ਲੀਲਾ ਪਾ ਕੇ ਹੀ ਕਲਿਆਣ ਸਮਝਦੇ ਹਨ। ਅਵਧੂਤਾ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਅਵਧੂਤ ਭਾਵ ਤਿਆਗੀ ਸੰਨਿਆਸੀ। ਉਹ ਸਾਧੂ ਜੋ ਅਕਸਰ ਸੁਆਹ ਵਿੱਚ ਰਾਤ ਨੂੰ ਲੇਟਦੇ ਹਨ ਤੇ ਸਵੇਰੇ ਸੁਆਹ ਕੰਬਾ ਕੇ ਅਰਥਾਤ ਝਾੜ ਕੇ ਉੱਠ ਤੁਰਦੇ ਨੇ। ਜੋ ਘਰ-ਬਾਰ ਤਿਆਗ ਕੇ ਫਿਰਦੇ ਹਨ ਔਦੂ ਵੀ ਉਸੇ ਨੂੰ ਆਖਦੇ ਹਨ। ਜੋ ਵਰਨ ਆਸ਼ਰਮ ਦੀ ਪਕੜ ਛੋੜ ਦਿੰਦੇ ਹਨ। ਸ਼ੁਭ ਅਵਧੂਤ ਦੇ ਲੱਛਣ ਗੁਰੂ ਜੀ ਨੇ ਆਪ ਕੀਤੇ ਹਨ, ਜਥਾ ਸੁਣ ਮਾ ਸ਼ਿੰਦਰਾ ਨਾਨਕ ਬੋਲੇ, ਵਸਗਤ ਪੰਚ ਕਰੇ ਨਹਿ ਡੋਲੇ। ਐਸੀ ਜੁਗਤ ਜੋਗ ਕਉ ਪਾਲੇ, ਆਪ ਤਰੈ ਸਗਲੇ ਕੁਲ ਤਾਰੇ। ਸੋ ਅਵਧੂਤ ਐਸੀ ਮਤ ਪਾਵੈ, ਅਹਨਿਸ ਸੁਨ ਸਮਾਧ ਸਮਾਵੈ। ਰਹਾਉ। ਰਾਮਕਲੀ ਮਹੱਲਾ ਪਹਿਲਾ। ਸੋ ਅਵਧੂਤੀ ਜੋ ਧੂਪੈ ਆਪ, ਭਿਖਿਆ ਭੋਜਨ ਕਰੈ ਸੰਤਾਪ। ਔਹਠ ਪਟਨ ਮਹਿ ਭੀਖਿਆ ਕਰੈ, ਸੋ ਅਵਧੂਤੀ ਸਿਵਪੁਰ ਚੜ੍ਹੈ। ਰਾਮਕਲੀ ਵਾਰ ਮਹੱਲਾ ਪਹਿਲਾ। ਕਾਪੜੀ ਦਾ ਭਾਵ ਹੈ ਲੀਰਾਂ ਦੇ ਕੱਪੜੇ ਪਹਿਨਣ ਵਾਲਾ, ਭਗਵੇਂ ਕੱਪੜੇ ਪਾਉਣ ਵਾਲਾ ਤੇ ਇਸ ਭੇਖ ਵਿੱਚ ਕਲਿਆਣ ਸਮਝਣ ਵਾਲਾ। ਇੱਕ ਪ੍ਰਕਾਰ ਦੇ ਸਾਧੂ ਜਿਨ੍ਹਾਂ ਦਾ ਇੱਕ ਲੱਛਣ ਹੈ ਲੀਰਾਂ ਦੇ ਭਗਵੇਂ ਕੱਪੜੇ, ਇੱਕ ਹੈ ਦੇਸ਼ਾਟਨ ਤੇ ਹੱਥ ਵਿੱਚ ਕਮੰਡਲ, ਜਥਾ ਹਾਥ ਕਮੰਡਲ ਕਾਪੜੀਆ, ਮਨ ਤ੍ਰਿਸ਼ਨਾ ਉਪਜੀ ਭਾਰੀ। ਮਾਰੂ ਮਹੱਲਾ ਪਹਿਲਾ। ਅਸ਼ਟਪਦੀਆਂ। ਜੋਗੀ ਭੋਗੀ ਕਾਪੜੀ, ਕਿਆ ਭਵਹਿ ਦਿਸੰਤਰ। ਆਸਾ ਮਹੱਲਾ ਪਹਿਲਾ। ਅਸ਼ਟਪਦੀਆਂ। ਨੰਬਰ 2। ਇੱਕ ਨੀਵੀਂ ਜਾਤ ਡੂਮਾ ਮਰਾਸੀਆਂ ਵਰਗੀ ਜੋ ਅਕਸਰ ਰਾਜਸਥਾਨ ਵਿੱਚ ਹੁੰਦੀ ਹੈ। ਪੰਜਾਬ ਵਿੱਚ ਵੀ ਇੱਕ ਨੀਵੀਂ ਜਾਤ ਦਾ ਨਾਮ ਹੈ। ਉੱਪਰਲੀ ਤੁਕ ਵਿੱਚ ਮੁਰਾਦ ਉਸ ਤਿਆਗੀ ਸਾਧੂ ਤੋਂ ਹੈ ਜੋ ਭਗਵੇਂ ਕੱਪੜੇ ਤੇ ਉਹ ਵੀ ਅਕਸਰ ਟੱਲੀਆਂ ਤੇ ਪਹਿਨਦਾ ਹੈ ਤੇ ਇਸ ਨੂੰ ਬੜੀ ਗੱਲ ਸਮਝਦਾ ਹੈ। ਕੌਤੇ ਦਾ ਭਾਵ ਹੈ ਗਾਉਂਦੇ ਵਜਾਉਂਦੇ ਹੋਏ। ਰਾਮ ਕ੍ਰਿਸ਼ਨ ਦੀ ਲੀਲਾ ਦੇ ਪ੍ਰਸੰਗ ਕਥਨ ਕਰਨ ਵਾਲੇ ਜੋ ਲੀਲਾ ਰਾਸ ਨਹੀਂ ਪਾਉਂਦੇ ਪਰ ਜੀਵਨ ਕਥਾ ਕਵਿਤਾ ਵਿੱਚ ਰਚੀ ਹੋਈ ਉਚਾਰੀ ਜਾਂਦੇ ਹਨ ਤੇ ਸਾਜ ਨਾਲ ਵੱਜੀ ਜਾਂਦੇ ਹਨ। ਸਵਾਂਗ ਭਰਨ ਵਾਲਾ ਵੀ ਅਰਥ ਕਰਦੇ ਹਨ। ਗੱਲਾਂ ਨਾਲ ਖੁਸ਼ ਕਰ ਲੈਣ ਵਾਲਾ, ਮਸ਼ਕਰਾ ਜਾਂ ਵਿਦੂਖਕ ਅਰਥ ਵੀ ਕਰਦੇ ਹਨ। ਕੌਤੇ ਨੂੰ ਕਵੀ ਸਮਝ ਕੇ ਰਾਜ ਦਰਬਾਰਾਂ ਦੇ ਕਸਬੀ ਕਵੀ ਵੀ ਸਮਝ ਲੈਂਦੇ ਹਨ। ਜਾਗੂਤਾ ਦਾ ਭਾਵ ਹੈ ਜਾਗਣ ਵਾਲਾ। ਮੁਰਾਦ ਹੈ ਉਹਨਾਂ ਭਗਤਾਂ ਤੋਂ ਜੋ ਇਕਾਦਸ਼ੀ, ਅਮੱਸਿਆ, ਪੁੰਨਿਆ ਆਦਿ ਨੂੰ ਸਾਰੀ ਰਾਤ ਜਗਰਾਤਾ ਕਰਦੇ ਹਨ। ਇਹ ਰਾਤ ਦੇ ਜਾਗਣ ਨੂੰ ਹੀ ਇੱਕ ਕਲਿਆਣ ਸਮਝਦੇ ਹਨ। ਕਈ ਉਪਾਵਾਂ ਨਾਲ ਜਗਰਾਤੇ ਕਰਦੇ ਹਨ। ਆਮ ਲੋਕੀ ਵੀ ਮੁਰਾਦ ਪੂਰੀ ਹੋਣ ਤੇ ਜਗਰਾਤਾ ਕਰਦੇ ਨੇ। ਪਹਿਲੋਂ ਸੁਖਣਾ ਸੁਖ ਛੱਡਦੇ ਹਨ। ਹਿੰਦੀ ਵਿੱਚ ਜਗਰਾਤੇ ਨੂੰ ਰਾਤ ਜਗਾ ਕਹਿੰਦੇ ਹਨ। ਨਿਰਹਾਰ ਵਰਤੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਨਿਰਾਹਾਰ, ਆਹਾਰ ਨਾ ਖਾ ਕੇ ਬ੍ਰਤ ਰੱਖਣ ਵਾਲੇ। ਕਈ ਲੋਕ ਬ੍ਰਤ ਰੱਖਦੇ ਹਨ ਤੇ ਦੜੂ ਆਦਿ ਫਲੋਹਾਰ ਖਾਂਦੇ ਹਨ। ਕਈ ਨਿਰੇ ਫਲ ਖਾਂਦੇ ਹਨ, ਕਈ ਕੁਛ ਨਹੀਂ ਖਾਂਦੇ। ਉਹ ਨਿਰਾਹਾਰ ਵਰਤੀ ਕਹੇ ਜਾਂਦੇ ਹਨ। ਆਪਰਸਾ ਉਹ ਸਾਧੂ ਜੋ ਕਿਸੇ ਨਾਲ ਛੋਹੇ ਨਾ ਛੋਹ ਕੇ ਆਪਣੇ ਆਪ ਨੂੰ ਜੋ ਪਵਿੱਤਰ ਮੰਨਦੇ ਹਨ। ਲੂਕ ਦਾ ਭਾਵ ਹੈ ਲੁਕ ਕੇ ਰਹਿਣ ਵਾਲਾ। ਜੋ ਲੋਕ ਚਿਲੇ ਜਾਂ ਚਿੱਲੇ ਕੱਟਦੇ ਹਨ ਉਹ ਨੀਵੀਆਂ ਕੋਠੀਆਂ ਜਾਂ ਹੁਜਰਿਆਂ ਵਿੱਚ ਲੁਕ ਕੇ ਬੈਠਦੇ, ਚਿਲੇ ਕੱਟਦੇ। ਜੈਨੀ ਸਾਧੂ ਵੀ ਡੂੰਘੇ ਡੂੰਘੇ ਥਾਂ ਕੱਚੇ ਪੱਕੇ ਬਣਾ ਕੇ ਭੋਰਿਆਂ ਵਿੱਚ ਬੈਠਦੇ ਹਨ। ਰਾਜਪੁਤਾਨੇ ਵਿੱਚ ਕਈ ਐਸੇ ਪੱਕੇ ਥਾਂ ਦੇਖੀਦੇ ਹਨ। ਪਹਾੜੀ ਗੁਫਾ ਵਿੱਚ ਸਾਧੂ ਛਿਪ ਕੇ ਤਪ ਕਰਦੇ ਨੇ। ਮਨ ਹੀ ਗਿਆਤਾ ਦਾ ਭਾਵ ਹੈ ਮਨ ਦੇ ਗਿਆਨ ਨੂੰ ਹੀ ਗਿਆਨ ਮੰਨਣ ਵਾਲੇ ਜੋ ਪ੍ਰਮਾਤਮਾ ਦੀ ਪ੍ਰਾਪਤੀ ਜਾਂ ਅਨੁਭਵ ਗਿਆਨ ਤੱਕ ਨਹੀਂ ਅੱਪੜਦੇ, ਕੇਵਲ ਮਨ ਦੀ ਵਾਕਫੀ ਮਾਤਰ ਨੂੰ ਗਿਆਨ ਸਮਝ ਕੇ ਗਿਆਨੀ ਬਣ ਬੈਠੇ ਹਨ।
ਪਰ ਵਿਸ਼ੇਸ਼ ਮੁਰਾਦ ਉਹਨਾਂ ਤੋਂ ਜਾਪਦੀ ਹੈ ਜੋ ਸੁਣ ਸੁਣਾ ਕੇ ਗਿਆਨ ਦੀਆਂ ਗੱਪਾਂ ਮਾਰਦੇ ਆਪ ਨੂੰ ਗਿਆਨੀ ਪ੍ਰਗਟ ਕਰਦੇ ਹਨ। ਰਾਸ ਧਾਰੀਆਂ ਵਿੱਚ ਅਗੂਏ ਨੂੰ ਗਿਆਨੀ ਕਹਿੰਦੇ ਹਨ। ਉਕਤ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਯੁਗਤ, ਦਲੀਲ, ਜੁਗਤੀ ਭਾਵ ਸਿਆਣਪ। ਤਿਆਗੀ ਦਾ ਭਾਵ ਹੈ ਤਿਆਗ ਕੇ, ਛੱਡ ਕੇ। ਪਾਵਾ ਦਾ ਭਾਵ ਹੈ ਪਿਆ ਹਾਂ। ਪ੍ਰਾਤਾ ਦਾ ਭਾਵ ਹੈ ਪਿਆ ਹਾਂ ਗੁਰੂ ਨਾਨਕ ਸ਼ਰਨ ਵਿੱਚ।